ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਨਜ਼ਰ ਮਾਰੀਦੀ ਹੈ, ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ 'ਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਜੇਕਰ ਅੱਜ ਆਪਾਂ ਝਾਤ ਮਾਰੀਏ ਤਾਂ ਖਬਰ ਸੁੱਖ ਦਾ ਸਾਹ ਦਿਵਾਉਣ ਵਾਲੀ ਹੈ। ਖਬਰ ਖੁਸ਼ੀ ਦੀ ਹੈ, ਖਬਰ ਚੰਗੀ ਹੈ, ਕਿਉਂਕਿ ਸਾਡੇ ਤੁਹਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਜੀ। ਬਿਲਕੁਲ ਇਹ ਗੱਲ ਤੁਹਾਡੀ ਸਹੀ ਹੈ। ਮੈਂ ਦਾਤ ਵੀ ਦੇਵਾਂਗਾ ਤੁਹਾਨੂੰ ਕਿ ਤੁਸੀਂ ਇੱਕ ਬਹੁਤ ਵਧੀਆ ਗੱਲ ਕੀਤੀ ਕਿ ਸਾਡੇ ਤੁਹਾਡੇ ਤੇ ਦੂਜਾ ਇਹ ਹੈ ਕਿ ਇੱਕ ਵਿਅਕਤੀ ਦੇ ਤੌਰ ਤੇ ਜਦੋਂ ਵੀ ਕੋਈ ਹਸਪਤਾਲੋਂ, ਕਿਉਂਕਿ ਆਪਾਂ ਕਹਿੰਦੇ ਆ ਕਿ ਹਸਪਤਾਲ ਤੇ ਕੋਰਟ ਕਚਹਿਰੀਆਂ ਦਾ ਚੱਕਰ ਕਿਸੇ ਨੂੰ ਨਾ ਪਵੇ, ਵੈਰੀ ਦੁਸ਼ਮਣ ਨੂੰ ਵੀ ਨਾ ਪਵੇ, ਤਾਂ ਜਦੋਂ ਆਪਾਂ ਆਹ ਗੱਲ ਕਹਿੰਦੇ ਆ ਤੇ ਕੋਈ ਹਸਪਤਾਲੋਂ ਛੁੱਟੀ ਪ੍ਰਾਪਤ ਕਰਕੇ ਆਪਣੇ ਬਾਲ ਬੱਚਿਆਂ 'ਚ ਜਾਂਦਾ, ਘਰ ਪਰਿਵਾਰ 'ਚ ਜਾਂਦਾ, ਲੋਕਾਂ 'ਚ ਜਾਂਦਾ ਹੈ, ਤਾਂ ਬਿਲਕੁਲ ਸਾਨੂੰ ਸ਼ੁਭਕਾਮਨਾਵਾਂ ਦੇਣੀਆਂ ਚਾਹੀਦੀਆਂ। ਬਾਕੀ ਕੰਮ ਚੱਲਦੇ ਰਹਿਣਗੇ। ਅੱਛਾ, ਮੁੱਖ ਮੰਤਰੀ ਜਦੋਂ ਨਿਕਲੇ ਨੇ, ਤੁਸੀਂ ਥੋੜਾ ਜਿਹਾ ਉਹਨਾਂ ਦਾ ਅੰਦਾਜ਼ ਦੇਖੋ। ਮੈਂ ਕੁਝ ਵਿਜ਼ੂਅਲ ਦੇਖੇ ਜੀ। ਮੁੱਖ ਮੰਤਰੀ ਸਾਹਿਬ ਗੱਡੀ ਚੋਂ ਨਿਕਲਦੇ, ਜਿਵੇਂ ਉਹਨਾਂ ਦੀ ਇੱਕ ਪੁਰਾਣੀ ਸ਼ੈਲੀ ਹੈ, ਉਹ ਫਿਰ ਬਾਹਰ ਔਰਦਾਨਜਨ ਤੇ ਖਲੋ ਕੇ ਜੀ ਹੱਥ ਹਿਲਾਉਂਦੇ ਨੇ ਤੇ ਫਿਰ ਐ ਪੂਰਾ ਲੋਕਾਂ ਨੂੰ ਕਹਿ ਲਓ ਕਿ ਇੱਕ ਬਾਡੀ ਲੈਂਗੁਏਜ ਦਿਖਾ ਕੇ ਪੋਜ਼ਿਟਿਵ ਸੁਨੇਹਾ ਦੇ ਕੇ ਤੇ ਤੁਰਦੇ ਪਾਉਂਦੇ ਨੇ। ਪਰ ਜੀ ਆਪਾਂ ਜੇ ਦੇਖੀਏ 2 ਦਿਨ ਪਹਿਲਾਂ ਤੱਕ ਦੀਆਂ ਜੋ ਉਹਨਾਂ ਦੀਆਂ ਤਸਵੀਰਾਂ ਸਨ, ਬਿਲਕੁਲ ਸਿਹਤ ਡਾਊਨ ਜਾਪ ਰਹੀ ਸੀਗੀ। ਪਰ 1-2 ਦਿਨਾਂ ਦੇ ਵਿੱਚ ਉਹਨਾਂ ਦੀ ਰਿਕਵਰੀ ਜਿਸ ਤਰ੍ਹਾਂ ਦੀ ਹੋਈ ਲੱਗਦੀ ਆ, ਉਹ ਤੇ ਬਾ ਕਮਾਲ ਆ। ਹੁਣ ਦੂਜੀ ਗੱਲ, ਉਹਨਾਂ ਨੇ ਆਉਂਦਿਆਂ ਹੀ ਮੀਟਿੰਗ ਰੱਖੀ ਆ, ਜਿਹਦੇ ਵਿੱਚ ਉਹਨਾਂ ਨੇ ਆਖਿਆ ਕਿ ਹੜ੍ਹ ਪ੍ਰਭਾਵਿਤ ਜਿੰਨੇ ਵੀ ਜ਼ਿਲ੍ਹੇ ਆ, ਉਹਨਾਂ ਦੇ ਸਾਰੇ ਜਿਹੜੇ ਵੱਡੇ ਅਧਿਕਾਰੀ ਆ, ਆਲਾ ਅਧਿਕਾਰੀ ਆ, ਉਹਨਾਂ ਦੇ ਨਾਲ ਮੀਟਿੰਗ ਹੋਏਗੀ। ਅੱਜ ਤੋਂ ਪਹਿਲਾਂ ਉਹਨਾਂ ਨੇ ਜਿਹੜੀ ਇਹ ਹਾਈ ਲੈਵਲ ਮੀਟਿੰਗ ਬੁਲਾਈ ਆ, ਉਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਮਨਕੀਰਤ ਦੇ ਨਾਲ ਇੱਕ ਜੋ ਵੀਡੀਓ ਕਾਲ ਸੀ ਉਹ ਲਾ ਕੇ ਰਿਕਾਰਡ ਕਰਵਾ ਕੇ ਲੋਕਾਂ ਤੱਕ ਪਹੁੰਚਾਈ। ਮਤਲਬ ਸਾਫ਼ ਹੈ ਕਿ ਭਗਵੰਤ ਮਾਨ ਆਪਣੇ ਆਪ ਨੂੰ ਰੁੱਝਿਆ ਦਿਖਾ ਰਹੇ ਨੇ, ਬਾਡੀ ਲੈਂਗੁਏਜ ਦੇ ਮੁਤਾਬਕ ਆਪਣੇ ਆਪ ਨੂੰ ਫਿੱਟ ਦਰਸਾ ਰਹੇ ਨੇ, ਤੇ ਨਾਲ ਹੀ ਐਕਸ਼ਨ 'ਚ ਵਿਖਾ ਰਹੇ ਨੇ ਕਿ ਮੈਂ ਟਿਕ ਕੇ ਬੈਠਣ ਵਾਲਾ ਨਹੀਂ ਹਾਂ। ਹੁਣ ਉਹਨਾਂ ਨੇ ਜਦੋਂ ਅੱਜ ਦੁਬਾਰ ਤੋਂ ਜੇ ਦੇਖੀਏ ਤਾਂ ਘਰ ਤੋਂ ਪਾਰੀ ਸ਼ੁਰੂ ਕੀਤੀ ਜਾ ਕੇ, ਤਾਂ ਉਸ ਤੋਂ ਪਹਿਲਾਂ ਹੀ 3 ਵੱਡੇ ਪੁਲਿਸ ਆਫੀਸਰਾਂ ਦੇ ਤਬਾਦਲੇ ਆ ਗਏ ਤੇ ਕਾਬਲੇ ਗੌਰ ਆ, ਉਹਦੇ ਵਿੱਚ ਤਰਨਤਾਰਨ ਦੇ ਜਿਹੜੇ SSP ਸੀ ਦੀਪਕ ਪਾਰੀਕ ਜੀ, ਉਹਨਾਂ ਨੂੰ ਵੀ ਬਦਲ ਦਿੱਤਾ। ਰਵਜੋਤ ਗਰੇਵਾਲ ਜੀ ਜੋ ਮੈਡਮ ਨੇ, ਉਹਨਾਂ ਨੂੰ ਚਾਰਜ ਦਿੱਤਾ ਹੈ। ਇਸ ਤੋਂ ਇਲਾਵਾ ਇੱਕ ਹੋਰ ਜੋ ਹੈਗੇ ਨੇ ਲੇਡੀ ਪੁਲਿਸ ਅਫਸਰ ਨੀਲਾਂਬਰੀ, ਉਹਨਾਂ ਨੂੰ ਫਰੀਦਕੋਟ ਰੇਂਜ ਸੰਭਾਲੀ ਗਈ ਆ। ਮਤਲਬ ਕਿ ਇਸ ਤਰ੍ਹਾਂ ਜੇ ਤੁਸੀਂ ਦੇਖੋਗੇ ਇਕੱਲੇ ਪੁਲਿਸ ਦੇ ਤਬਾਦਲੇ ਨਹੀਂ, ਲੁਧਿਆਣਾ ਦੇ ਜਿਹੜਾ ਕਮਿਸ਼ਨਰੇਟ ਹੈ ਪੁਲਿਸ ਦਾ, ਉੱਥੇ ਵੀ ਵੱਡੇ ਪੱਧਰ ਤੇ ਫੇਰ ਬਦਲ ਆ, ਓਵਰਆਲ ਹੀ ਨਹੀਂ। ਤਾਂ ਮਤਲਬ ਕਿ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਇਹ ਤੋਂ ਜਾਪਦਾ ਤੇ ਇਹੋ ਆ ਕਿ ਸ਼ਾਇਦ ਕੋਈ ਮਸਲਾ ਪੋਲੀਟੀਕਲੀ ਜ਼ਿਆਦਾ ਨਾ ਵਿਗੜੇ, ਕਿਉਂਕਿ ਮਾਨ ਸਾਹਿਬ ਤੇ ਬੜੇ ਕੌਨਫੀਡੈਂਟ ਹੋ ਕੇ ਚੱਲੇ ਨੇ।
ਜਾਂ ਕਿ ਉਹ ਲੋਕਾਂ ਦਾ ਯਕੀਨ ਜਿੱਤ ਰਹੇ ਨੇ? ਕਿਉਂਕਿ ਮੈਂ ਤਾਂ ਵਾਰ-ਵਾਰ ਕਹਿ ਰਿਹਾ ਕਿ ਮਾਨ ਸਾਹਿਬ ਤੁਹਾਨੂੰ ਵਿਧਾਇਕਾਂ 'ਚ ਜਾਣ ਦਾ ਹੁਣ ਕੋਈ ਫਾਇਦਾ ਨਹੀਂ, ਉਹ ਤਾਂ ਦਿੱਲੀ ਦੇ ਦਿਲ 'ਚ ਜਾ ਚੁੱਕੇ ਨੇ ਕਈ। ਲੋਕਾਂ 'ਚ ਜਾਓਗੇ ਤਾਂ ਲੋਕ ਉਹਨਾਂ ਨੂੰ ਲੋਕਾਂ 'ਚ ਲੈ ਆਉਣਗੇ। ਜੀ ਹੁਣ ਯਾਨੀ ਜਿਹੜੇ ਕੁਝ ਐਕਸ਼ਨਸ ਹੋਣਗੇ, ਜਿਹੜੇ ਕੁਝ ਮਤਲਬ ਕਿ ਫੈਸਲੇ ਹੋਣਗੇ, ਉਹ ਤੋਂ ਬਾਅਦ ਤਸਵੀਰ ਬਿਲਕੁਲ ਸਪਸ਼ਟ ਹੁੰਦੀ ਜਾਏਗੀ। ਪਰ ਉਹਨਾਂ ਨੂੰ ਕਿਹੜੀ ਬਿਮਾਰੀ ਹੈ, ਉਹਨਾਂ ਦੀ ਰਿਕਵਰੀ 100% ਹੋ ਗਈ ਹੈ, ਅਸਥਾਈ ਤੌਰ ਤੇ ਉਹ ਮਤਲਬ ਕਿ ਠੀਕ ਹੋਏ ਨੇ, ਜਾਂ ਪੱਕੇ ਤੌਰ ਤੇ ਬਿਮਾਰੀ ਦਾ ਇਲਾਜ ਹੋ ਗਿਆ। ਇੱਕ ਭੇਤ ਜੇ ਤੁਸੀਂ ਵੇਖੋਗੇ ਤੇ ਉਹ ਅੱਜ ਵੀ ਬਰਕਰਾਰ ਆ ਉਹਨਾਂ ਦੀ ਸਿਹਤ ਬਾਬਤ। ਮਤਲਬ ਕਿ ਇਹ ਤੇ ਬਿਲਕੁਲ ਇੱਕ ਕੋਈ ਸਸਪੈਂਸ ਵਾਲੀ ਜਿੱਦਾਂ ਦੀ ਫਿਲਮ ਹੁੰਦੀ ਸੀ ਪੁਰਾਣੇ ਜ਼ਮਾਨੇ ਦੇ ਵਿੱਚ, ਇਹ ਤੇ ਬਿਲਕੁਲ ਜੀ ਉਸ ਤਰ੍ਹਾਂ ਦੀ ਭੂਤੀਆ ਫਿਲਮ ਵਰਗਾ ਮਸਲਾ ਬਣ ਗਿਆ ਹੈ ਕਿ ਮਾਨ ਸਾਹਿਬ ਦੀ ਬਿਮਾਰੀ ਬਾਰੇ ਐਗਜ਼ੈਕਟ ਕੀ ਬਿਮਾਰੀ ਆ, ਉਹਨਾਂ ਦੀ ਰਿਕਵਰੀ ਕਿਸ ਤਰ੍ਹਾਂ ਦੀ ਆ, ਉਹ ਸਾਰੀਆਂ ਚੀਜ਼ਾਂ ਬਿਲਕੁਲ ਪਰਦੇ ਦੇ ਹੇਠ ਚੱਲ ਰਹੀਆਂ ਨੇ। ਸੋ ਇਸ ਵਾਸਤੇ ਹੁਣ ਕੁਝ ਐਕਸ਼ਨਸ, ਕੁਝ ਫੈਸਲੇ ਫਿਰ ਉਹੀ ਸਾਨੂੰ ਦੱਸ ਸਕਦੇ ਆ ਕਿ ਅੰਦਰ ਦਾ ਜਿਹੜਾ ਘਮਸਾਨ ਸੀ। ਦੇਖੋ ਅੰਦਰ ਦਾ ਘਮਸਾਨ ਤੇ ਸੀ ਗੁਰਪ੍ਰੀਤ ਜੀ, ਇਹ ਤੇ ਮੰਨਣਾ ਪਊਗਾ, ਪਰ ਉਹ ਜਿਹੜਾ ਅੰਦਰ ਦਾ ਘਮਸਾਨ ਸੀ ਕਿ ਪੂਰਨ ਤੌਰ ਤੇ ਉਹਦੇ ਤੇ ਵਿਰਾਮ ਲੱਗ ਗਿਆ, ਉਹਦੇ ਤੇ ਬ੍ਰੇਕ ਲੱਗ ਗਈ ਹੈ, ਕੁਝ ਦਿਨ ਦੇ ਵਿੱਚ ਸਾਫ਼ ਹੋ ਜਾਏਗੀ ਸਥਿਤੀ। ਜੀ ਸੋ ਜੇਕਰ ਆਪਾਂ ਅਗਲੀ ਗੱਲ ਕਰੀਏ ਤਾਂ ਉਧਰ ਮੁਆਵਜ਼ੇ ਦੇ ਚੱਕਰ ਨੇ ਬੁਰੇ ਫਸਾਏ ਨੇ ਪੰਜਾਬੀ ਲੀਡਰ। ਦੇਖੋ ਮੁਆਵਜ਼ੇ ਦੇ ਵਿੱਚ ਕੀ ਹੋਇਆ, ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਇਹਨਾਂ ਨੇ ਮੰਗਿਆ ਸੀਗਾ ਕਿ 20,000 ਕਰੋੜ ਮੋਦੀ ਸਾਹਿਬ ਦੇਣ ਤੇ ਦਿੱਤਾ ਕਿ ਊਠ ਦੇ ਮੂੰਹ 'ਚ ਜੀਰਾ, ਉਹ ਵੀ ਬਿਲਕੁਲ ਜਿੱਦਾਂ ਕਹਿ ਲਈਏ ਕਿ ਜੀਰੇ ਦੇ ਵਿੱਚੋਂ ਵੀ ਤੋੜ ਕੇ ਜੀਰਾ। ਹੁਣ ਉਹ ਜਿਹੜਾ 1600 ਕਰੋੜ ਰੁਪਈਆ ਸੀਗਾ, ਉਹਦੇ ਤੇ ਰਾਜਨੀਤੀ ਬੜੀ ਸਟਾਰਟ ਹੋ ਗਈ। ਜੀ ਜ਼ਮਾਨਤ ਜਿੱਦਾਂ ਹੀ ਮਤਲਬ ਕਿ ਜਿਵੇਂ ਕਿਸੇ ਬੰਦੇ ਦੀ ਹੁੰਦੀ ਹੈ ਨਾ, ਤੇ ਉਹ ਬੜਾ ਖੁੱਲ ਕੇ ਖੇਡਣਾ ਸਟਾਰਟ ਕਰ ਦਿੰਦਾ ਹੈ। ਯਾਨੀ ਉਹਨੂੰ ਜਦੋਂ ਕੋਈ ਰਿਹਾਈ ਮਿਲ ਜਾਂਦੀ ਹੈ ਨਾ, ਤਾਂ ਫਿਰ ਥੋੜਾ ਖੁੱਲ ਕੇ ਖੇਡਣਾ ਸਟਾਰਟ ਕਰ ਦਿੰਦਾ ਕਿ ਲਓ ਬਈ ਹੁਣ ਜੋ ਹੋਣਾ ਸੀ ਹੋ ਗਿਆ, ਡਰ ਲੈ ਜਾਂਦਾ ਹੈ। ਤਾਂ ਇਦਾਂ ਇਹ ਆ ਕਿ ਭਾਰਤੀ ਜਨਤਾ ਪਾਰਟੀ ਨੇ ਜਦੋਂ ਇੱਕ ਡਿਪੋਜ਼ਿਟ ਭਰ ਦਿੱਤਾ ਤਾਂ ਉਹਨਾਂ ਨੇ ਇਹ ਕਹਿਣਾ ਸਟਾਰਟ ਕੀਤਾ ਕਿ ਦੇਖੋ ਗੱਲ ਜਿਹੜੀ ਹੈ ਨਾ ਕਿ ਭਾਈ ਅਸੀਂ ਇਹ ਸਿਰਫ ਟੋਕਣ ਮਨੀ ਦਿੱਤੀ ਆ, ਹਾਲੇ ਤੇ ਮਾਮਲਾ ਜਿਹੜਾ ਅੱਗੇ ਵਧੇਗਾ। ਹੁਣ ਇਸੇ ਦਰਮਿਆਨ ਕੀ ਹੁੰਦਾ ਹੈ ਕਿ ਇੱਕ ਬਾਉਂਡ ਭਰਿਆ ਇਹਨਾਂ ਨੇ, ਇੱਕ ਤਰ੍ਹਾਂ ਨਾਲ ਕਹਿ ਲਓ ਟੋਕਣ ਮਨੀ ਦਿੱਤੀ ਹੈ। ਨਾਲ ਹੁਣ ਹੋਇਆ ਕੀ ਹੈ ਜੀ, ਹੋਇਆ ਇਹ ਆ ਜਨਾਬ ਕਿ ਗੱਲ ਤੁਰਦੀ ਤੁਰਦੀ ਅੰਕੜਿਆਂ ਤੋਂ ਪੰਜਾਬੀ ਹਿੰਦੀ 'ਚ ਵੀ ਜਾ ਵੜੀ। ਰਵਨੀਤ ਬਿੱਟੂ ਕਹਿੰਦੇ ਕਿ ਕੋਈ ਗੱਲ ਹੋਈ ਨਹੀਂ, ਮੈਂ ਉੱਥੇ ਸੀ। ਇਹ ਕਹਿੰਦੇ ਕਿ ਪ੍ਰਧਾਨ ਮੰਤਰੀ ਨੇ ਸਾਡੇ ਮੰਤਰੀ ਨੂੰ ਛੁਟਿਆਇਆ ਭਾਸ਼ਾ ਦੇ ਆਧਾਰ ਤੇ। ਇਸ ਵਿਵਾਦ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਲੱਗਿਆ, ਕਿਉਂਕਿ ਰਕਮ ਨੂੰ ਲੈ ਕੇ ਤੇ ਆਮ ਆਦਮੀ ਪਾਰਟੀ ਦੀ ਭਾਸ਼ਾ ਆਧਾਰਿਤ ਰਾਜਨੀਤੀ ਨੂੰ ਲੈ ਕੇ ਭਾਜਪਾ ਚੁਕੰਨੀ ਹੋ ਗਈ, ਕਿਉਂਕਿ ਅਕਾਲੀਆਂ ਨੇ, ਕਾਂਗਰਸ ਆਗੂਆਂ ਨੇ, ਆਮ ਆਦਮੀ ਪਾਰਟੀ ਆਗੂਆਂ ਨੇ, ਕਿਸਾਨ ਆਗੂਆਂ ਨੇ, ਮਜ਼ਦੂਰ ਆਗੂਆਂ ਨੇ ਬਿਲਕੁਲ ਇੱਕ ਸੁਰ ਦੇ ਵਿੱਚ ਭਾਜਪਾ ਨੂੰ ਘੇਰਨਾ ਸਟਾਰਟ ਕਰ ਦਿੱਤਾ ਕਿ ਭਾਈ ਇਹ ਕੀ ਕੀਤਾ ਤੁਹਾਂ। ਕੁਝ ਲੋਕ ਤੇ ਮੂੰਹ ਕਹਿ ਰਹੇ ਸੀਗੇ ਕਿ ਇਹਦੇ ਨਾਲੋਂ ਤੇ ਠੀਕ ਸੀ ਤੁਸੀਂ ਬਈ ਦੁੱਧ ਦਿੰਦੇ ਹੀ ਨਾ, ਆਂਦੇ ਹੁੰਦੇ ਨਾ ਦੁੱਧ ਦਿੱਤਾ ਵੀ ਤੇ ਮੇਂਗਣਾ ਘੋਲ ਕੇ। ਜੀ ਹੁਣ ਇਸ ਦਰਮਿਆਨ ਭਾਜਪਾ ਨੂੰ ਲੱਗਿਆ ਕਿ ਇਹ ਤੇ ਕੰਮ ਖਰਾਬ ਹੋ ਗਿਆ। ਉਹਨਾਂ ਨੇ ਕੱਲ ਇੱਕ ਪ੍ਰੈਸ ਨੋਟ ਜਾਰੀ ਕਰ ਦਿੱਤਾ, ਪੰਜਾਬੀ ਚ ਕੀ ਆ ਉਹਦੀ ਟ੍ਰਾਂਸਲੇਸ਼ਨ ਤੁਸੀਂ ਦੇਖ ਸਕਦੇ ਜੀ। ਉਹ ਕਹਿੰਦੇ ਕਿ ਅਸੀਂ SDRF ਦਾ ਪੰਜਾਬ ਨੂੰ ਜਿਹੜਾ 12,000 ਕਰੋੜ ਰੁਪਈਆ ਭੇਜਿਆ, ਇਹ ਉਹਦੇ ਤੋਂ 1600 ਕਰੋੜ ਵੱਖਰਾ ਹੈ। ਜੀ ਇਹ ਇੱਕ ਐਸੀ ਕਹਿ ਲੋ ਕਿ ਗਿੱਟਿਆਂ ਤੇ ਡਾਂਗ ਸੀ ਕਿ ਸਾਰਿਆਂ ਦੇ ਜਿਹੜੇ ਹੋਸ਼ ਸੀ ਉਹ ਫਾਕਤਾ ਹੋ ਗਏ। ਹੁਣ ਇਹਦੇ ਵਿੱਚ ਜਨਾਬ 15 ਤੋਂ 25 ਤੱਕ ਦਾ ਅੰਕੜਾ ਹੈ। 15 ਤੋਂ 17 ਤੱਕ ਸਰਕਾਰ ਅਕਾਲੀ ਭਾਜਪਾ, ਉਸ ਤੋਂ ਬਾਅਦ ਕਾਂਗਰਸ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵਾਲਾ ਹੁਣ ਬੋਲੇਗਾ ਕਿਹੜਾ? ਕਿ ਭਾਈ ਉਹ ਲੋਕ ਹੁਣ ਪੁੱਛਣ ਲੱਗ ਪਏ ਕਿ ਜਾਂ ਤਾਂ ਹੁਣ ਇਹ ਨਕਾਰੋ ਕਿ 12,000 ਕਰੋੜ ਰੁਪਈਆ ਤੁਹਾਡੇ ਕੋਲ ਨਹੀਂ ਆਇਆ। ਚੀਮਾ ਸਾਹਿਬ ਕਹਿੰਦੇ ਜੀ ਉਹ ਬੜਾ ਟੇਢਾ ਜਿਹਾ ਕੰਮ ਆ ਜੀ, ਉਹ ਸਾਡਾ ਪੈਸਾ
RBI ਦੇ ਥਰੂ ਜਮ੍ਹਾਂ ਹੋ ਜਾਂਦਾ ਸਾਨੂੰ, ਪਰ ਸਾਡੇ ਕਰਜ਼ਾ ਹੱਦ ਚੋਂ ਕੱਟ ਲਿਆ ਜਾਂਦਾ। ਅਰੇ ਸਾਹਿਬ ਇਦਾਂ ਹੀ ਆ, ਜਿਵੇਂ ਕੋਈ ਕੰਡਕਟਰ ਆਪਣੇ ਥੈਲੇ ਚੋਂ 100 ਰੁਪਏ ਦਾ ਨੋਟ ਕਢਾ ਕੇ ਤੇ 100 ਰੁਪਈਆ ਜਿਹੜਾ ਹੈ ਉਹਦੀ ਭਾਣ ਲਿਆ ਕੇ ਝੋਲੇ ਚ ਪਾ ਦੇ, ਕੋਈ ਘਟਿਆ ਵਧਿਆ ਤੇ ਨਹੀਂ। ਇਹਦੇ ਚ ਕੀ ਟੇਢਾ ਹੋਇਆ? ਐਦੋਂ ਸਾਦੇ ਢੰਗ ਨਾਲ ਤੇ ਕੋਈ ਨਹੀਂ ਨਾ ਆਪਾਂ ਨੂੰ ਸਮਝਾ ਸਕਦਾ ਜੀ ਵੀ ਇੱਕ ਪਾਸੇ ਉਹਨਾਂ ਨੇ ਤੁਹਾਨੂੰ ਟ੍ਰਾਂਜੈਕਸ਼ਨ ਦੇ ਵਿੱਚ ਟ੍ਰੈਜ਼ਰੀ ਚ ਤੁਹਾਡੇ ਪੈਸੇ ਭੇਜਤੇ, ਦੂਜੇ ਪਾਸਿਓਂ ਜਿਹੜੇ ਉਹਨਾਂ ਨੇ ਤੁਹਾਡੇ ਤੋਂ ਕੱਟਣੇ ਸੀ ਕੱਟ ਲੈ। ਹਿਸਾਬ ਤੇ ਓਡੇ ਦਾ ਓਡਾ। ਤੁਸੀਂ ਇਹ ਹਿਸਾਬ ਦਿਓ ਕਿ 12,000 ਕਰੋੜ ਰੁਪਈਆ ਲੱਗਾ ਕਿੱਥੇ ਇਹਨਾਂ 10 ਸਾਲਾਂ ਦੇ ਵਿੱਚ, ਕਿਉਂਕਿ ਮੁਆਵਜ਼ੇ ਦੇ ਚੈੱਕ ਤੇ ਤੁਸੀਂ ਦਿੰਦੇ ਰਹੇ ਹੋ ਲੋਕਾਂ ਨੂੰ 70-70 ਰੁਪਈਆਂ ਦੇ। ਜੀ ਕਈ ਥਾਈ 70-70 ਰੁਪਈਆਂ ਦੇ ਚੈੱਕ ਆਏ ਨੇ ਗੁਰਪ੍ਰੀਤ ਜੀ, ਇਹ ਬੜੀ ਵੱਡੀ ਜੀ ਸਮੱਸਿਆ ਹੋ ਜਾਂਦੀ ਹੈ ਕਈ। ਤਾਂ ਗੱਲ ਇਹ ਹੈ ਜਨਾਬ ਕਿ ਕਈ ਚੀਜ਼ਾਂ ਨੇ ਜਿਹੜੀਆਂ ਸਾਨੂੰ ਵੇਖਣੀਆਂ ਵਿਚਾਰਨੀਆਂ ਪੈਂਦੀਆਂ। ਅੱਛਾ, ਹੋਰ ਚੀਜ਼ 'ਚ ਫਸ ਗਏ ਹੁਣ। ਉੱਥੇ ਨਾ ਤੇ ਅਕਾਲੀ ਬੋਲ ਸਕਦੇ, ਨਾ ਭਾਜਪਾਈ ਜਿਹੜੇ ਇਹਨਾਂ ਦੇ ਨਾਲ ਸੀ ਪੰਜਾਬ ਵਾਲੇ ਉਹ ਬੋਲ ਸਕਦੇ, ਨਾ ਕਾਂਗਰਸੀ, ਸਾਰੇ ਚੁੱਪ ਕਰਾਤੇ ਇੱਕੋ ਸੱਟੇ। ਹੁਣ ਇੱਕ ਗੱਲ ਜਿਹੜੀ ਆ ਉਹ ਹੋਰ ਵੀ ਹੈ ਮੁਆਵਜ਼ੇ ਨੂੰ ਲੈ ਕੇ ਗੁਰਪ੍ਰੀਤ ਜੀ ਵੱਡੀ ਗੱਲ ਜਿਹੜੀ ਆ ਕਿ ਭਾਈ ਉਹ ਕਹਿੰਦੇ ਕਿ ਤੁਸੀਂ 20,000 ਕਰੋੜ ਦਾ ਸਾਨੂੰ ਬਿੱਲ ਤੇ ਥਮਾਈ ਜਾਂਦੇ ਹੋ, ਆਪੇ ਤੇ ਤੁਸੀਂ ਕਹਿੰਦੇ ਹੋ ਕਿ ਸਾਡਾ ਜਿਹੜਾ ਨੁਕਸਾਨ ਹੋਇਆ ਉਹ 13,900 ਕਰੋੜ ਦਾ, ਤਾਂ ਫਿਰ ਬਿੱਲ 20,000 ਕਰੋੜ ਦਾ ਕਿੱਥੋਂ ਆ ਗਿਆ? ਇਹਦੇ ਵਿੱਚ ਵੀ ਕਿਤੇ ਨਾ ਕਿਤੇ ਸਵਾਲ ਹੋਏਗਾ ਕਿ ਤੁਹਾਡੀ ਅਸੈਸਮੈਂਟ ਦੇ ਵਿੱਚ ਇਹਨਾਂ ਕਿਉਂ ਫਰਕ ਹੈ ਜੀ? ਲਗਭਗ 6,000 ਕਰੋੜ ਤੋਂ ਵੱਧ ਦਾ ਫਰਕ, ਇੰਨਾ ਫਰਕ ਕਿਉਂ? ਤਾਂ ਗੱਲ ਇਹ ਆ ਕਿ ਹੁਣ ਨਾਲ ਭਾਜਪਾ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਿਵੇਂ ਹੀ ਅੰਤਿਮ ਰਿਪੋਰਟਾਂ ਵੇਖ ਲਈਆਂ ਜਾਣਗੀਆਂ, ਵਾਚ ਲਈਆਂ ਜਾਣਗੀਆਂ, ਉਸ ਤੋਂ ਬਾਅਦ ਕੇਂਦਰ ਸਰਕਾਰ ਹੋਰ ਵੀ ਦੁੱਧ ਦੇ ਸਕਦੀ ਆ। ਤਾਂ ਮਤਲਬ ਹਾਲੇ ਤੱਕ ਇਹ ਰਾਜਨੀਤੀ ਜਿਹੜੀ ਆ ਉਹ ਇਸ ਤਰ੍ਹਾਂ ਖੇਡ ਰਹੀ ਸੀ ਖੇਡ ਕੇ ਜਿਹੜੇ ਇੱਥੋਂ ਦੇ ਲੋਕਲ ਲੀਡਰ ਸੀ ਉਹ ਭਾਜਪਾ ਦੇ ਪਿੱਛੇ ਸੀ, ਪਰ ਭਾਜਪਾ ਨੇ ਮੋੜਵਾਂ ਇੱਕ ਐਸਾ ਟੁੱਲ ਮਾਰਿਆ ਕਿ ਇਹਨਾਂ ਸਾਰਿਆਂ ਦੀ ਬੱਤੀ ਗੁੱਲ ਹੋ ਗਈ ਆ। ਹੁਣ ਜਵਾਬ ਕੌਣ ਦੇਵੇ? 12,000 ਕਰੋੜ ਰੁਪਈਆ ਬਹੁਤ ਹੁੰਦਾ ਹੈ। ਸਾਨੂੰ ਪਤਾ ਹੈ ਕਿ ਇਹ ਰਕਮ ਜਿਹੜੀ ਆ ਉਹ ਲਗਭਗ ਡਾਇਵਰਟ ਹੋ ਗਈ ਆ। ਇਹ ਵੈਸੀਆਂ ਗੇਮਾਂ ਹੁੰਦੀਆਂ ਨੇ, ਜਿਸ ਤਰ੍ਹਾਂ ਤੁਸੀਂ ਵੇਖਿਆ ਹੋਣਾ ਬਹੁਤ ਮੌਕਿਆਂ ਤੇ ਅਕਾਲੀ ਭਾਜਪਾ ਸਰਕਾਰ ਵੇਲੇ, ਕਾਂਗਰਸ ਸਰਕਾਰ ਵੇਲੇ ਰੁਪਈਆ ਡਾਇਵਰਟ ਕਰ ਦਿੱਤਾ ਜਾਂਦਾ ਸੀਗਾ। ਇਧਰੋਂ ਆਇਆ ਪੈਸਾ ਉਧਰ ਦੀ ਘੁਮਾ ਕੇ ਉਹਨੂੰ ਦੇਤਾ। ਤਾਂ ਇਹ ਕਹਾਣੀ ਹੈ ਕੁੱਲ ਮਿਲਾ ਕੇ ਕਿ ਜੇ ਪੈਸਾ ਆਇਆ ਤੇ ਲੱਗਿਆ ਕਿੱਥੇ ਆ। ਲੋਕਾਂ ਨੂੰ ਇਸ ਗੱਲ ਦਾ ਜਵਾਬ ਮੰਗਣਾ ਚਾਹੀਦਾ। ਲੋਕਾਂ ਨੂੰ ਇਸ ਗੱਲ ਦਾ ਜਵਾਬ ਮੰਗਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਹੜ੍ਹ ਲਿਆਉਣ ਵਾਲੇ ਜ਼ਿੰਮੇਵਾਰ ਵਿਅਕਤੀ ਕੌਣ ਸਨ। ਗੱਲ ਦੀ ਇਹ ਜਲੇਬੀ ਬਹੁਤ ਬਣਾਉਣਗੇ, ਕਦੇ ਪੰਜਾਬੀ ਤੇ ਗੱਲ ਲਿਆਉਣਗੇ, ਕਦੇ ਕੇਂਦਰ ਸਰਕਾਰ ਤੇ ਸੁੱਟਣਗੇ। ਸਾਨੂੰ ਆਪਣੀ ਪੰਜਾਬ ਦੀ ਸਰਕਾਰ ਤੋਂ ਮੰਗ ਰੱਖਣੀ ਚਾਹੀਦੀ ਆ ਕਿ ਜਿਹੜੇ ਜ਼ਿੰਮੇਵਾਰ ਵਿਅਕਤੀ ਆ, ਜਿਵੇਂ ਮੈਂ ਕੁਝ ਤੁਹਾਨੂੰ ਨੁਕਤੇ ਦੱਸੇ ਸਨ ਨਿਸ਼ਾਨਦੇਹੀ ਕਰਕੇ, ਕਿ ਉਹਨਾਂ ਦੇ ਬਿਹਾਫ ਤੇ ਜਿਹੜੇ ਜ਼ਿੰਮੇਵਾਰ ਵਿਅਕਤੀ ਆ ਤੁਸੀਂ ਉਹਨਾਂ ਨੂੰ ਕਟਹਿਰੇ 'ਚ ਖੜਾ ਕਰੋ, ਗੱਲ ਤਾਂ ਬਣਦੀ। ਜੀ ਜਵਾਬਦੇਹੀ ਤਾਂ ਤੈਅ ਹੋਣੀ ਚਾਹੀਦੀ ਹੈ। ਉੱਥੇ ਗੱਲ ਤਾਂ ਕਈ ਤਰ੍ਹਾਂ ਦੀ ਤੁਰਦੀ ਹੈ ਕਿ ਤੁਸੀਂ ਪਾਣੀਆਂ ਦੇ ਹੱਕ ਦੀ ਗੱਲ ਕਰੋ, ਆਪਣੇ ਡੈਮਾਂ ਦੇ ਪ੍ਰਬੰਧਨ ਆਪਣੇ ਹੱਥ 'ਚ ਲੈਣ ਦੀ ਗੱਲ ਕਰੋ, ਪਰ ਕੌਣ ਕਰਦਾ ਹੈ ਦੇਖਦੇ ਹਾਂ। ਸੋ ਅੱਗੇ ਜੇਕਰ ਆਪਾਂ ਚੱਲੀਏ ਤਾਂ ਉੱਧਰ ਰਾਜਪਾਲ ਸਾਹਿਬ ਘੱਗਰ ਦੇ ਨਿਰੀਖਣ ਕਰਨ ਦੇ ਲਈ ਪਹੁੰਚ ਗਏ ਘੱਗਰ ਤੇ। ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਹੈ ਰਾਜਪਾਲ ਸਾਹਿਬ ਬਾਰਡਰ ਬੈਲਟ ਦਾ ਦੌਰਾ ਕਰ ਚੁੱਕੇ ਆ। ਇਸ ਤੋਂ ਇਲਾਵਾ ਬੀਤੇ ਦਿਨੀ ਇਹ ਮੁੱਖ ਮੰਤਰੀ ਸਾਹਿਬ ਦਾ ਹਾਲ ਚਾਲ ਪੁੱਛ ਕੇ ਆਏ ਸਨ ਤੇ ਇਮਾਰਦਾਰੀ ਕਰਕੇ ਆਏ ਸਨ ਜੀ। ਹੁਣ ਇਹਨਾਂ ਨੇ ਘੱਗਰ ਤੇ ਜਾਣ ਦਾ ਫੈਸਲਾ ਕੀਤਾ, ਯਾਨੀ ਜੋ ਘੱਗਰ ਪ੍ਰਭਾਵਿਤ ਇਲਾਕੇ ਹਨ ਇਹਨਾਂ ਨੇ ਉਧਰ ਜਾ ਕੇ ਗੇੜਾ ਮਾਰ ਕੇ ਵੇਖਿਆ ਹੈ ਕਿ ਕੀ ਕੁਝ ਚੱਲਦਾ ਪਿਆ ਹੈ। ਹਾਲਾਂਕਿ ਘੱਗਰ ਦੇ ਵਿੱਚੋਂ ਵੀ ਹੁਣ ਪਾਣੀ ਲੈ ਗਿਆ ਟਾਂਗਰੀ ਤੇ ਜਿਹੜੀ ਉੱਥੇ ਇੱਕ ਹੋਰ ਸਹਾਇਕ ਨਦੀ ਹੈ ਉਹ ਵੀ ਲਾਗੇ ਪਾਸੇ ਹੁਣ ਜਿਹੜੀ ਵਗਦੀ ਆ ਘੱਗਰ ਦੇ, ਤੇ ਉਹ ਲੈ ਗਏ ਆ ਪਾਣੀ ਤੇ ਸਾਰਿਆਂ ਚੋਂ ਲੈ ਗਏ ਆ ਲਗਭਗ। ਪਰ ਤੁਹਾਨੂੰ ਯਾਦ ਹੋਣਾ ਜੋ ਨੁਕਸਾਨ ਦਾ ਜਾਇਜ਼ਾ ਲੈ ਰਹੇ ਆ, ਇਸ ਤੋਂ ਪਹਿਲਾਂ ਗਵਰਨਰ ਸਾਹਿਬ ਨੇ ਇੱਕ ਬਿਆਨ ਦਿੱਤਾ ਸੀਗਾ, ਤੁਹਾਨੂੰ ਮੈਂ ਯਾਦ ਕਰਵਾ ਦੇਵਾਂ। ਬਿਆਨ ਕੀ ਸੀ ਜੀ? ਇਹਨਾਂ ਨੇ ਆਪ ਕਿਹਾ ਸੀਗਾ ਕਿ ਕੇਂਦਰ ਸਰਕਾਰ ਹਾਲੇ ਸਿਰਫ ਟੋਕਨ ਮਨੀ ਦੇ ਚੁੱਕੀ ਆ ਤੇ ਹਾਲੇ
ਹੋਰ ਵੀ ਕੁਝ ਦੇਵੇਗੀ। ਇਹ ਖੁਦ ਗਵਰਨਰ ਸਾਹਿਬ ਨੇ ਮੁੱਖ ਮੰਤਰੀ ਦੀ ਜਿੱਦਾਂ ਤੀਮਾਰਦਾਰੀ ਕੀਤੀ ਆ ਉਸ ਤੋਂ ਬਾਅਦ ਇਹਨਾਂ ਨੇ ਇਹ ਬਿਆਨ ਜਾਰੀ ਕੀਤਾ ਸੀਗਾ। ਹੁਣ ਗੱਲ ਇਹ ਆ ਕਿ ਇਹਦੇ ਵਿੱਚ ਅੱਗੇ ਜਾ ਕੇ ਆਪਾਂ ਦੇਖੀਏ, ਇਹ ਉਹੀ ਬੈਲਟ ਹੈ ਜਿਹੜੀ ਹਰਿਆਣੇ ਦੇ ਨਾਲ ਲੱਗਦੀ ਹੈ। ਜਿੱਦਾਂ ਪਟਿਆਲੇ ਦਾ ਜਿਹੜਾ ਇਹ ਇਲਾਕਾ ਹੈ ਘੱਗਰ ਦਾ, ਇਹ ਬਿਲਕੁਲ ਹਰਿਆਣੇ ਵਾਲੀ ਸਾਈਡ ਆ ਜਾਂਦਾ ਹੈ। ਯਾਨੀ ਹੁਣ ਜਿਵੇਂ ਖਨੌਰੀ ਹੈਡ ਵਰਕਰਸ ਤੇ ਗਏ, ਹੈਡ ਹੈ ਜਿਹੜਾ ਖਨੌਰੀ, ਫਿਰ ਸੰਗਰੂਰ, ਇਹ ਉਹੀ ਏਰੀਆ ਜਿੱਥੇ ਨਾਇਬ ਸੈਣੀ ਹੋਰਾਂ ਨੇ ਬਹੁਤ ਦੌਰੇ ਕੀਤੇ ਸਨ। ਠੀਕ ਹੈ ਜੀ। ਇਸ ਤੋਂ ਪਹਿਲਾਂ ਇਹਨਾਂ ਨੇ ਡੇਰਾ ਮੁਖੀ ਆ ਜਿਹੜੇ ਬਿਆਸਾ ਵਾਲਿਆਂ ਦੇ, ਗੁਰਿੰਦਰ ਸਿੰਘ ਸੌਰੀ ਜੀ, ਉਹਨਾਂ ਨੇ ਵੀ ਰਾਜ ਭਵਨ ਦੇ ਵਿੱਚ ਜਾ ਕੇ ਮੁਲਾਕਾਤ ਕੀਤੀ ਸੀ। ਇਹ ਜਾਣਕਾਰੀ ਖੁਦ ਗਵਰਨਰ ਸਾਹਿਬ ਨੇ ਦਿੱਤੀ ਹੈ। ਇਸ ਤੋਂ ਪਹਿਲਾਂ ਇਹਨਾਂ ਨੇ 2 ਸਤੰਬਰ ਨੂੰ ਫਿਰੋਜ਼ਪੁਰ, ਤਰਨਤਾਰਨ, 3 ਸਤੰਬਰ ਨੂੰ ਅੰਮ੍ਰਿਤਸਰ, ਗੁਰਦਾਸਪੁਰ ਤੇ ਪਠਾਨਕੋਟ, 4 ਸਤੰਬਰ ਨੂੰ ਹੁਸ਼ਿਆਰਪੁਰ ਤੇ ਸ੍ਰੀ ਅਨੰਦਪੁਰ ਸਾਹਿਬ ਦਾ ਦੌਰਾ ਕੀਤਾ ਸੀਗਾ। ਇਸ ਤੋਂ ਬਾਅਦ ਉਹਨਾਂ ਨੇ ਪਠਾਨਕੋਟ ਦਾ ਇੱਕ ਸਪੈਸ਼ਲ ਫਿਰ ਵਿਜ਼ਿਟ ਕੀਤਾ ਸੀਗਾ। ਗੱਲ ਇਹ ਹੈ ਕਿ ਜੋ ਗਵਰਨਰ ਸਾਹਿਬ ਦਾ ਐਕਟਿਵਿਜ਼ਮ ਆਪਾਂ ਨੂੰ ਨਜ਼ਰ ਆ ਰਿਹਾ ਹੈ, ਜਿਸ ਤਰ੍ਹਾਂ ਦੀ ਜੀ, ਉਹਨਾਂ ਦੀ ਸਰਗਰਮੀ ਹੈ, ਮੈਨੂੰ ਲੱਗ ਰਿਹਾ ਜੀ ਕਿ ਹੋ ਸਕਦਾ ਹੈ ਕਿ ਭਾਜਪਾ ਥੋੜਾ ਹੀ ਸਹੀ ਕੋਈ ਨਾ ਕੋਈ ਹੱਥ ਪੱਲਾ ਮਾਰੇਗੀ। ਪਰ ਜੀ, ਇਦਾਂ ਲੱਗਦਾ ਹੈ ਕਿ ਉਹ ਮਤਲਬ ਕਿ ਕੁਝ ਚੀਜ਼ਾਂ ਨੂੰ ਅੱਗੇ ਲਿਜਾ ਰਹੀ ਆ, ਕਿ ਥੋੜਾ ਜਿਹਾ ਮਤਲਬ ਕਿ ਨੇੜਾ ਆ ਜਾਵੇ, ਥੋੜਾ ਜਿਹਾ ਹੋਰ ਨੇੜੇ ਚੱਲੀਏ, ਅਸੀਂ ਪੰਜਾਬ ਵਾਸਤੇ ਕੁਝ ਕਰੀਏ। ਤਾਂ ਬਾਕੀ ਜੋ ਗਵਰਨਰ ਸਾਹਿਬ ਕਰ ਰਹੇ ਆ ਠੀਕ ਆ, ਉਹਨਾਂ ਦਾ ਅਧਿਕਾਰ ਖੇਤਰ ਆ, ਇਹਦੇ 'ਚ ਕੋਈ ਸ਼ੱਕ ਨਹੀਂ ਆ। ਪਰ ਕੀਤਾ ਇਹ ਇੱਕ ਮੰਤਵ ਦੇ ਰਾਹੀਂ ਹੀ ਜਾ ਰਿਹਾ ਹੈ, ਇੱਕ ਮੰਤਵ ਜ਼ਰੂਰ ਇਹਦੇ ਨਾਲ ਚੱਲ ਰਿਹਾ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਜਿਹੜੀ ਹਰਿਆਣੇ ਵਾਲੀ ਬੈਲਟ ਆ, ਨਾਇਬ ਸੈਣੀ ਨੂੰ ਇਹਦੇ ਵਿੱਚ ਤਾਂ ਲਾਇਆ ਗਿਆ ਸੀ ਕਿਉਂਕਿ ਇੱਧਰ ਇਹਨਾਂ ਦੀ ਬਰਾਦਰੀ ਦੀ ਬਹੁਤ ਵੋਟ ਆ, ਇਸ ਕਰਕੇ ਬੜਾ ਸੋਚ ਵਿਚਾਰ ਕੇ ਇਹ ਚੱਲ ਰਹੇ ਆ। ਤਾਂ ਮੈਨੂੰ ਲੱਗਦਾ ਕਿ ਗਵਰਨਰ ਸਾਹਿਬ ਇਹ ਭਾਜਪਾ ਦੇ ਮੰਤਵ ਵਾਸਤੇ ਰਸਤਾ ਪੱਧਰਾ ਕਰਨ 'ਚ ਰੁੱਝ ਗਏ, ਜਾਂ ਕਹਿ ਲਓ ਕਿ ਵੀ ਲੱਗ ਗਏ ਆ। ਜੀ। ਸੋ ਜੇਕਰ ਅੱਗੇ ਚੱਲੀਏ ਤਾਂ ਪੰਜਾਬੀਆਂ ਦੀ ਆਦਤ ਹੈ ਕਿ ਉਹ ਗੱਲ-ਗੱਲ ਤੇ ਕਹਿੰਦੇ ਨੇ, ਜੇਕਰ ਕੋਈ ਤੇਜ਼ ਬਣੇ ਤਾਂ ਵੀ ਭਾਈ ਤੂੰ ਡੀਸੀ ਲੱਗਿਆ ਹੋਇਆ। ਪਰ ਇਸ ਤੋਂ ਅੱਗੇ ਗੱਲ ਕਰੀਏ ਤਾਂ ਜੱਜ ਕਹਿੰਦੇ ਜੱਜ ਹੀ ਹੁੰਦਾ, ਜੋ ਮਰਜ਼ੀ ਕਰ ਲਓ। ਉਧਰ ਕਹਿੰਦੇ ਇੱਕ ਜਨਾਬ ਹੁਣੀ ਪੁਲਿਸ ਮੁਲਾਜ਼ਮ ਬਾਰ-ਬਾਰ ਸੱਦੇ ਜਾ ਰਹੇ ਸੀ, ਉਹਨਾਂ ਦੀ ਪੇਸ਼ੀ ਸੀ ਤੇ ਪੇਸ਼ੀ ਤੇ ਪਹੁੰਚਦੇ ਨਹੀਂ ਸੀ, ਫਿਰ ਜੱਜ ਹੀ ਹੁੰਦਾ, ਉਹਨੇ ਜੱਜ ਵਾਲੀ ਕਰਕੇ ਦਿਖਾਤੀ ਜੀ। ਤੁਸੀਂ ਜਿਹੜੀ ਗੱਲ ਹੈ ਕਹੀ ਆ ਕਿ ਤੂੰ ਫਲਾਣਿਆ ਡੀਸੀ ਲੱਗਾ, ਕਦੇ ਸੋਚਿਆ ਕਿਉਂ ਬਣੀ ਹੈ ਗੱਲ? ਜੀ ਨਹੀਂ। ਚਲੋ ਮੈਂ ਦੱਸਦਾ ਜੀ, ਡੀਸੀ ਆਪਣੇ ਆਪ ਦੇ ਵਿੱਚ ਇੱਕ ਐਸੀ ਅਥਾਰਟੀ ਕਿ ਉਹ ਲੈਟਰ ਕੱਢ ਦੇਗਾ ਤਾਂ ਜ਼ਿਲ੍ਹੇ 'ਚ ਆਪਣੇ ਆਪ ਇੱਕ ਕਾਨੂੰਨ ਲਾਗੂ ਹੋ ਜਾਏਗਾ। ਜੀ, ਕੋਈ ਵੀ ਲੈਟਰ ਕੱਢ ਸਕਦਾ ਹੈ। ਮਤਲਬ ਫਰਜ਼ ਕਰੋ ਕਿ ਇੱਕ ਡਿਪਟੀ ਕਮਿਸ਼ਨਰ ਹੈ, ਉਹ ਕਹਦੇ ਕਿ ਭਾਈ ਅੱਜ ਤੋਂ ਕੂੜਾ ਨਹੀਂ ਚੁੱਕਿਆ ਜਾਣਾ, ਸਮਝ ਲਓ ਕਿ ਇੱਕ ਵਾਰੀ ਸਾਰੀਆਂ ਕਾਉਂਸਲਾਂ ਵਗੈਰਾ ਜਿਹੜੀਆਂ ਨਾ ਉਹ ਕੂੜਾ ਛੱਡ ਦੇਣਗੀਆਂ। ਇਹ ਡੀਸੀ ਹੁੰਦਾ, ਇਹ ਕਿ ਡੀਸੀ ਦਾ ਹੁਕਮ ਹੋਇਆ ਤਾਂ ਸਮਝ ਲਓ ਕਿ ਆਪਣੇ ਆਪ ਤੇ ਇੱਕ ਕਾਨੂੰਨ ਬਣ ਕੇ ਲਾਗੂ ਹੋ ਗਿਆ। ਇਹ ਹੈ ਡੀਸੀ ਦੀ ਤਾਕਤ। ਤਾਂ ਖੈਰ ਗੱਲ ਇਹ ਆ ਕਿ ਕਿਉਂਕਿ ਹੁਣ ਜੇ ਐਸਐਸਪੀ ਹੁਕਮ ਦੇਵੇਗਾ ਤਾਂ ਪੁਲਿਸ ਨੂੰ ਹੁਕਮ ਦੇਵੇਗਾ ਨਾ, ਹੈ ਤਾਂ ਉਹ ਵੀ ਜ਼ਿਲ੍ਹਾ ਪੁਲਿਸ ਮੁਖੀ ਹੈ, ਪਰ ਪੁਲਿਸ ਦਾ ਮੁਖੀ ਹੈ, ਸਿਵਲ ਸੇਵਾਵਾਂ ਦਾ ਸਾਰਿਆਂ ਤੋਂ ਵੱਡਾ ਮੁਖੀ ਜਿਹੜਾ ਜ਼ਿਲ੍ਹੇ ਦਾ, ਉਹ ਆ ਗਿਆ ਪ੍ਰਸ਼ਾਸਕੀ ਤੌਰ ਤੇ ਡੀਸੀ। ਤਾਂ ਕਹਿ ਦਿੰਦੇ ਆ। ਅੱਛਾ, ਜੱਜ ਵੀ ਮਤਲਬ ਕਿ ਬੜੀ ਵੱਡੀ ਪਦਵੀ ਹੈ ਜੀ। ਪਰ ਇੱਕ ਵਾਰੀ ਉਹ ਕਹਾਣੀ ਬਣੀ ਹੈ ਨਾ ਵੀ ਇੱਕ ਕੋਈ ਬਜ਼ੁਰਗ ਸੀ, ਉਹਦਾ ਝਗੜਾ ਹੋ ਗਿਆ ਤੇ ਚਲੋ ਉਹਨੂੰ ਜੱਜ ਨੇ ਬਰੀ ਕੀਤਾ, ਕਈ ਸਾਲ ਹੋ ਗਏ ਸੀ। ਤੇ ਉਹਨੇ ਆਖਿਆ ਜੱਜ ਸਾਹਿਬ ਵੀ ਮਹਾਰਾਜ ਤੈਨੂੰ ਥਾਣੇਦਾਰ ਬਣਾਵੇ। ਉਹਨੇ ਆਖਿਆ ਰੁਕ ਗੱਲ ਰੁਕ, ਬਜ਼ੁਰਗਾ ਕੀ ਆ ਇਹ, ਕੀ ਮਤਲਬ ਕਿ ਕਰਨ ਡਿਆ ਤੂੰ? ਉਹ ਕਹਿੰਦਾ ਵੀ ਤੈਨੂੰ ਪਤਾ ਨਹੀਂ ਵੀ ਜੱਜ ਵੱਡਾ ਹੁੰਦਾ ਕਿ ਥਾਣੇਦਾਰ ਵੱਡਾ ਹੁੰਦਾ? ਕਹਿੰਦਾ ਮੈਨੂੰ ਇਹ ਚੱਕਰਾਂ ਦਾ ਤਾਂ ਨਹੀਂ ਪਤਾ ਜੀ। ਠੀਕ ਹੈ, ਜਦੋਂ ਸਾਡਾ ਕੋਈ ਝਗੜਾ ਹੋਇਆ ਸੀ ਤੇ ਥਾਣੇਦਾਰ ਨੇ ਆਖਿਆ ਸੀਗਾ ਕਿ ਇੰਨੇ ਰੁਪਈਏ ਦੇ ਦੇ ਤੇ ਜਾ ਤੇਰਾ ਖਹਿੜਾ ਛੁੱਟ ਜੂ। ਕਹਿੰਦਾ ਵੀ ਹੁਣ ਤੁਸੀਂ ਮੇਰਾ ਖਹਿੜਾ ਘੁੰਮ ਘੁਮਾ ਕੇ 5-10 ਸਾਲਾਂ ਬਾਅਦ ਛੱਡਿਆ, ਇਹਦਾ ਮਤਲਬ ਤੁਹਾਡੇ ਨਾਲ ਉਹੀ ਵੱਡਾ ਸੀ ਜਿਹੜਾ ਖੜੇ ਪੈਰੀ ਖਹਿੜਾ ਚਲਾ ਰਿਹਾ ਸੀ।
ਕਈ ਵਾਰ ਏਦਾਂ ਜੀ ਵੀ ਹੋ ਜਾਂਦਾ ਹੈ। ਤਾਂ ਖੈਰ ਦੇਖੋ, ਗੱਲ ਇਹ ਆ ਕਿ ਇਹ ਕੈਥਲ ਦਾ ਮਾਮਲਾ ਬੜਾ, ਮਤਲਬ ਕਿ ਤੁਸੀਂ ਵੇਖੋਗੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਕਿ ਜੀ ਇੰਸਪੈਕਟਰ ਸਾਹਿਬ ਹਵਾਲਾ 'ਚ ਬੈਠੇ ਆ। ਮੈਂ ਅੱਗੇ ਜੀ ਅਕਸਰ ਕਹਿੰਦਾ ਹੁੰਦਾ ਕਿ ਤੁਸੀਂ ਜਿੰਨੇ ਮਰਜ਼ੀ ਖੱਬੀ ਖਾਨ ਬਣੇ ਹੋ ਸਰ, ਜੀ ਕੋਈ ਵੱਡਾ ਤੋਂ ਵੱਡਾ ਗੈਂਗਸਟਰ ਆ, ਉਹਨੂੰ ਕੋਰਟ ਰੂਮ 'ਚ ਦੇਖਿਓ ਤੁਸੀਂ, ਕੋਰਟ ਰੂਮ 'ਚ ਉਹ ਇੱਕ ਕਾਇਦੇ 'ਚ ਖੜਾ ਹੋਏਗਾ, ਬਕਾਇਦਾ, ਮਤਲਬ ਕਿ ਜੋ ਪ੍ਰੋਟੋਕਾਲ ਹੈ ਅਦਾਲਤ ਦਾ ਉਹ ਸਾਹਮਣਾ ਕਰੇਗਾ। ਜੀ ਇੱਕ ਵਾਰੀ ਨਾ ਇੱਕ ਥਾਣੇਦਾਰ ਹੁੰਦਾ ਸੀ, ਮੈਂ ਨਾਂ ਨਹੀਂ ਲੈਣਾ, ਹੁਣ ਤੇ ਰਿਟਾਇਰ ਹੋ ਗਿਆ, ਮੇਰਾ ਵਾਹ ਬੜਾ ਰਿਹਾ ਨਾ ਪੁਲਿਸ ਨਾਲ, ਜੱਜਾਂ ਦਾ, ਜੀ ਜੀ ਸਾਡੇ ਪਿੰਡਾਂ ਦਾ ਹੀ ਸੀ ਜੀ ਉਹ। ਉਹਦਾ ਨਾ ਮੋਬਾਈਲ ਹੁੰਦੇ ਸੀ ਉਦੋਂ ਨੋਕੀਆ ਦੇ, ਉਹ ਕਰਦੀ ਨਹੀਂ ਸੀ ਤੇ ਰਿੰਗ, ਟੂ 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 ਟੂ, ਏਦਾਂ। ਜੀ ਉਹ ਉਧਰੋਂ ਕਿਤੇ ਉੱਥੇ ਹਾਜ਼ਰ ਹੋਇਆ ਤੇ ਉਹ ਤਿੱਖੀ ਜੀ ਟੂਨ ਵੱਜ ਗਈ, ਤੇ ਜੀ ਉਹਨੇ ਜੱਜ ਨੇ ਫਲਾਣਾ ਸਿੰਘ, ਜੀ ਸਰ, ਮੋਬਾਈਲ ਲਿਆ, ਮੋਬਾਈਲ ਲੈ ਕੇ ਤੇ ਨੇ ਕਿਹਾ ਫਲਾਣਾ ਸਿੰਘ ਠੰਡਰ, ਉਹ ਉੱਥੇ ਕੰਧ ਦੇ ਨਾਲ ਲਾ ਕੇ ਖੜਿਆ। ਥਾਣੇਦਾਰ ਜੀ ਹਿਸਾਬ ਲਾ ਲਓ, ਉਧਰੋਂ ਮੁਜਰਮ ਪੇਸ਼ ਹੋ ਰਹੇ ਆ, ਉਹਦਾ ਤੇ ਮਜ਼ਾਕ ਬਣ ਗਿਆ। ਉਹ ਗੁੱਟ, ਜੀ ਮਤਲਬ ਕਿ ਪੁਰਾਣਾ ਥਾਣੇਦਾਰ ਸੀ, ਉਹ ਵਿਚਾਰਾ ਗੁੱਟ 'ਚ ਸਾਵਧਾਨ ਹੋ ਕੇ ਖਲੋਤਾ, ਨਾ ਤੇ ਉਹ ਬਾਹਾਂ ਲਾਉਣ ਜੋਗਾ, ਨਾ ਉਹ ਟਾਈਮ ਵੇਖਣ ਜੋਗਾ ਕਿ ਕਿੰਨੇ ਕੁ ਵਜੇ ਜਾਣ ਚੁੱਕੂਗੀ। ਖੀਰ ਜੀ ਚਲੋ ਮੋਬਾਈਲ ਮਬੂਲ ਦੇ ਕੇ ਤੇ ਉਹਨੂੰ ਭੇਜਤਾ। ਜੀ ਅੱਛਾ, ਅਗਲੀ ਤਰੀਕ ਤੇ ਫੇਰ ਆ ਗਿਆ ਥਾਣੇਦਾਰ, ਤੇ ਜੀ ਜੱਜ ਜੱਜ ਵੇਖ ਕੇ ਹੱਸ ਪਿਆ, ਕਹਿੰਦਾ ਫਲਾਣਾ ਸਿੰਘ ਠੰਡਰ, ਜੀ ਸਰ, ਜੀ ਸਰ, ਜੈਨਦ ਕਰਕੇ ਜਿਵੇਂ ਕਰਦੇ ਹੁੰਦੇ ਆ, ਵੀ ਅੱਜ ਤਾਂ ਤੇਰਾ ਮੋਬਾਈਲ ਨਹੀਂ ਵੱਜੇਗਾ। ਤੇ ਜੀ ਨਹੀਂ ਨਹੀਂ ਨਹੀਂ, ਕਹਿੰਦਾ ਜੀ ਨਹੀਂ ਜਨਾਬ, ਨਹੀਂ ਨਹੀਂ, ਅੱਜ ਨਹੀਂ ਮੋਬਾਈਲ ਵੱਜ ਸਕਦਾ। ਮੋਬਾਈਲ ਕੱਢ ਜੀ ਕੇ ਨੇ ਇੱਕ ਹੱਥ ਨਾਲ ਠੰਡਰ, ਕਹਿੰਦਾ ਜੀ ਆਹ ਵੇਖੋ ਜੀ ਜੀ। ਉਹ ਕਹਿੰਦਾ ਜੀ ਮੋਬਾਈਲ ਬੰਦ ਕੀਤਾ, ਉਹਨੇ ਦੂਜੀ ਜੇਬ 'ਚ ਬੈਟਰੀ ਕੱਢ ਕੇ ਵਿਖਾਤੀ, ਕਹਿੰਦਾ ਜੀ ਨਹੀਂ ਨਹੀਂ, ਮੈਂ ਹਾਂ ਪੱਕਾ ਹੀ ਬੰਦੋਬਸਤ ਕਰ ਦਿੱਤਾ ਵੀ ਕਿਤੇ ਭਲੇਖੇ 'ਚ ਹੀ ਨਾ ਵੱਜ ਪਵੇ, ਮੈਂ ਦੀ ਬੈਟਰੀ ਕੱਢ ਕੇ ਕਰ ਲਈ, ਬੰਦ ਕਰਨਾ ਨਹੀਂ ਆਉਂਦਾ। ਉਦੋਂ ਜੀ ਨਵੇਂ ਨਵੇਂ ਕੰਮ ਚੱਲਿਆ ਸੀ। ਉਹ ਕਹਿੰਦਾ ਵੀ ਮੋਬਾਈਲ ਬੰਦ ਕਰਨਾ ਨਹੀਂ ਆਉਂਦਾ ਜਨਾਬ, ਪਰ ਬੈਟਰੀ ਕੱਢ ਕੇ ਵੀ ਹੁਣ ਨਾ ਕਿਤੇ ਭੁੱਲ ਭੁਲੇਖੇ 'ਚ ਵੱਜ ਪਏ। ਮੈਂ ਤਾਂ ਸਾਰੀ ਦਿਹਾੜੀ ਉਹਨੂੰ ਗੋਡੇ ਹੱਥ ਦੇ ਦਿਖਾ ਲੈਂਦੇ। ਤਾਂ ਜੱਜ ਇਹੋ ਜਿਹੀ ਬੁਰੀ ਕਰਦੇ ਨੇ ਸਾਹਿਬ, ਇਹ ਸਾਡੀਆਂ ਜੀ ਅੱਖੀਂ ਵੇਖਿਆਂ ਦੀਆਂ ਕਹਾਣੀਆਂ ਨੇ। ਮੈਨੂੰ ਤੇ ਆਪ ਠੱਲੀ ਰੱਖਿਆ ਸੀ ਇੱਕ ਵਾਰੀ ਜੱਜ ਨੇ ਕੱਟਿਆ ਬੰਦੀ। ਤਾਂ ਗੱਲ ਇਹ ਆ ਜੀ ਕਿ ਤਾਂ ਮੈਂ ਕਹਿੰਦਾ ਹੁੰਦਾ ਕਿ ਜੱਜ ਦੇ ਅੱਗੇ ਸਾਰੀ ਹੈਂਕੜੀ ਨਿਕਲ ਜਾਂਦੀ ਹੈ ਜੀ। ਤਾਂ ਗੱਲ ਜੀ ਇਹ ਆ, ਇਹ ਜਨਾਬ ਸੀਗੇ ਜਿਹੜੇ SHO, ਉਹ ਮਤਲਬ ਸੱਦਿਆਂ ਤੋਂ ਆਉਂਦੇ ਨਹੀਂ ਸੀ, ਕਤਲ ਕੇਸ ਦੇ ਵਿੱਚ ਗਵਾਹੀ ਸੀ। ਚਲੋ ਜੀ, ਵਾਰੰਟ ਕੱਢੇ, ਗੈਰ ਜ਼ਮਾਨਤੀ ਵਾਰੰਟ ਕੱਢੇ, ਖੀਰ ਤਨਖਾਹ ਰੋਕ ਦਿੱਤੀ ਜੱਜ ਨੇ। ਤੇ ਇੱਕ ਦਿਨ ਜੀ ਪਤਾ ਨਹੀਂ ਕੀ ਮਨ ਮੇਰ ਪਈ ਸੂ, ਉਦਾਂ ਹੀ ਆ ਗਿਆ। ਉਦੋਂ ਕੇਸ ਕੋਈ ਹੋਰ ਸੁਣਿਆ ਜਾ ਰਿਹਾ ਸੀ ਅਦਾਲਤ, ਕਹਿੰਦਾ ਜੀ ਮੈਂ ਗਵਾਹੀ ਦੇਣ ਆਇਆ। ਜੱਜ ਨੂੰ ਜੀ ਗੁੱਸਾ ਆਇਆ, ਉਹਨੇ ਕਿ ਰੋਕੋ, ਇਹ ਕੰਮ ਰੋਕੋ, ਪਹਿਲਾਂ ਇਹਦਾ ਕਰੋ। ਉਹਨੇ ਆਰਡਰ ਕਰਤਾ, ਕਹਿੰਦੇ ਇਹਨੂੰ ਹਵਾਲਾ 'ਚ ਬੰਦ ਕਰ ਦਿਓ। ਹਿਸਾਬ ਜੀ ਲਾ ਲਓ, 3 ਸਿਤਾਰੇ ਲੱਗੇ ਨੇ ਵਰਦੀ ਤੇ ਉਹ ਜੀ ਹਵਾਲਾ 'ਚ ਬੈਠਾ, ਤੇ ਪੱਤਰਕਾਰਾਂ ਨੇ, ਤੁਹਾਡੇ ਵਰਗਿਆਂ ਨੇ ਫੋਟੋ ਖਿੱਚ ਕੇ ਉਹ, ਤੇ ਹੁਣ ਜੇ ਸੋਸ਼ਲ ਮੀਡੀਆ ਤੇ ਤੁਸੀਂ ਦੇਖੋ ਕਿਤੇ ਵਾਹ ਵਾਹੀ ਹੋਈ ਪਈ ਆ। ਪਰ ਜਿਸ ਤਰ੍ਹਾਂ ਦੀ ਉਹਦੀ ਫਜ਼ੀਅਤ ਹੋ ਗਈ ਆ, ਜੀ ਮੈਨੂੰ ਨਹੀਂ ਲੱਗਦਾ ਇਸ ਤੋਂ ਬਾਅਦ ਕੋਈ ਕੁਤਾਹੀ ਕਰੇਗਾ। ਉਹ ਤੇ ਥਾਣੇ ਵੜਦੇ ਸਾਰ ਮੁਨਸ਼ੀ ਨੂੰ ਪੁੱਛੇਗਾ, ਮੁਨਸ਼ੀ ਅੱਜ ਮੇਰੀ ਕਿਤੇ ਗਵਾਹੀ ਤੇ ਨਹੀਂ ਹੈਗੀ ਪੁੱਤਰ, ਇਹ ਹੈਗੀ ਤੇ ਮੈਨੂੰ ਦੱਸ ਦੇ। ਇਹਦੇ ਤੇ ਜੀ ਜੀ ਮਾਮੇ ਦੇ ਮੁੰਡੇ ਦੀ ਬਰਾਤ ਚੜ੍ਹਨੀ ਹੋਵੇ, ਆਖੇਗਾ ਸੱਜਣਾ ਮੈਂ ਜਾਂ ਤੇ ਬਰਾਤ ਦੇ ਨਾਲ ਆ ਕੇ ਰਲ ਜਾਂਗਾ, ਤੇ ਜਾਂ ਅਗਲੇ ਦਿਨ ਆ ਜਾਂਗਾ, ਭਰਾ ਮੈਂ ਗਵਾਹੀ ਨਹੀਂ ਛੱਡਦਾ। ਇੰਨੀ ਬੁਰੀ ਹੋਈ ਆ, ਇੰਨੀ ਬੁਰੀ ਹੋਈ ਆ। ਪਰ ਗੱਲ ਇਹ ਆ ਕਿ ਚਲੋ ਕਿਤੇ ਮਜਬੂਰੀਆਂ ਹੁੰਦੀਆਂ ਨੇ ਪੁਲਿਸ ਵਾਲਿਆਂ ਦੀਆਂ, ਗਵਾਹੀਆਂ ਕਿਸੇ ਇੱਕ ਜਗ੍ਹਾ ਤੇ ਤਾਂ ਨਹੀਂ ਹੁੰਦੀਆਂ, ਕੰਮ ਕੋਈ ਇੱਕ ਤੇ ਨਹੀਂ ਹੁੰਦਾ, ਇਹਨਾਂ ਦੀਆਂ ਆਪਣੀਆਂ ਮਜਬੂਰੀਆਂ। ਪਰ ਇੰਨੀ ਵਾਰੀ ਸੱਦਿਆ ਤੋਂ ਜੇ ਕੋਈ ਅਫਸਰ ਨਹੀਂ ਆਉਂਦਾ, ਜੱਜ ਤੇ ਫਿਰ ਤੁਹਾਨੂੰ ਪਤਾ ਹੀ ਹੈ ਖੁੰਦਕ ਖਾ ਹੀ ਜਾਂਦਾ। ਜੀ ਸੋ ਜੇਕਰ ਆਪਾਂ ਇਸ ਤੋਂ ਅਗਲੀ ਗੱਲ ਕਰੀਏ ਤਾਂ ਉਧਰ ਅੰਮ੍ਰਿਤਸਰ ਪੁਲਿਸ ਨੇ ਬਰਾਮਦ ਕੀਤੀ ਹੈ ਜੀ ਹੈਰੋਇਨ ਦੀ ਵੱਡੀ ਖੇਪ। ਹਾਂਜੀ, ਬੜੀ ਵੱਡੀ ਰਿਕਵਰੀ ਅੱਜ ਵਿਖਾਈ ਨੇ, ਤੇ ਇਹਦੇ ਵਿੱਚ ਕਿਲੋਆਂ ਦੇ ਹਿਸਾਬ ਨਾਲ ਆ ਟੋਟਲ ਜੇ ਵੇਖੀਏ ਤੇ 8-9 ਬੰਦਿਆਂ ਤੋਂ 20 ਕਿਲੋ ਦੇ ਕਰੀਬ ਹੈਰੋਇਨ ਜਿਹੜੀ ਆ ਬਰਾਮਦ ਹੋਈ ਆ। ਪਰ ਇਹਨਾਂ ਦੇ ਵਿੱਚ ਇੱਕ ਭੱਦਰ ਪੁਰਸ਼ ਉਹ ਵੀ ਜੇ, ਜੀ ਜਿਹੜਾ ਆਮ ਆਦਮੀ ਪਾਰਟੀ ਦਾ ਸਰਪੰਚ ਆ, 2 ਕਿਲੋ ਉਹਦੇ ਤੋਂ ਬਰਾਮਦ ਹੋਈ ਦਿਖਾਈ। ਜੀ ਇਹ ਯੁੱਧ ਚੱਲ ਰਿਹਾ ਸੀ ਨਸ਼ਿਆਂ ਦੇ ਵਿਰੁੱਧ, ਤੇ ਇਹ ਵੀ ਕਿਤੇ ਨਾ ਕਿਤੇ ਕੁੱਦ ਪਿਆ ਫਿਰ ਇਸ ਯੁੱਧ ਦੇ ਵਿੱਚ। ਯੁੱਧ ਜੀ ਨਸ਼ਿਆਂ ਵਿਰੁੱਧ ਮੈਂ ਤੁਹਾਨੂੰ ਕਹਿੰਦਾ ਹੁੰਦਾ ਸੀ ਨਾ, ਮੈਂ ਕਿਹਾ ਨਹੀਂ ਜੇ ਸਫਲ ਹੋਣਾ। ਜੀ ਅਸੀਂ ਬੜੇ ਯਤਨ ਕੀਤੇ, ਸਾਡੇ ਤੇ ਆਪਦੇ ਭੈਣ ਭਰਾਵਾਂ ਨੇ ਨਾ ਕਦੇ ਸਾਡੀ ਸੁਣੀ। ਬਥੇਰਾ ਬਥੇਰਾ ਕੁਛ ਕੀਤਾ। ਇਹ ਮੈਂ ਸੱਚੀਆਂ ਗੱਲਾਂ ਕਰਦਾ ਹੁੰਦਾ ਗੁਰਪ੍ਰੀਤ ਜੀ, ਮੇਰੇ ਕੋਲ ਨਹੀਂ ਪਰਦੇ ਪੁਰਦੇ ਆ ਗਏ।
ਸਾਡੇ ਤੇ ਜੀ ਆਪਦੇ ਭੈਣ ਭਰਾਵਾਂ ਨੇ ਨਹੀਂ ਸੁਣੀਆਂ ਸਾਡੀਆਂ। ਤੋ ਇਹ ਸਾਡੇ ਤੱਤ ਕੱਢੇ ਆ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਇਹ ਤੇ ਜਿਹਦੇ ਤੇ ਪੈਂਦੀ ਆ, ਕੋਈ 100 ਚੋਂ 5 ਆ ਜਿਨ੍ਹਾਂ ਨੂੰ ਠੋਕਰ ਵੱਜਦੀ ਆ, ਸਹੀ ਰਸਤੇ ਪੈ ਜਾਂਦੇ ਆ। 95 ਰੁੜੇ ਤੁਰੇ ਜਾਂਦੇ ਆ, ਰੁੜੇ ਤੁਰੇ ਜਾਂਦੇ ਆ। ਤੇ ਜਦੋਂ ਤੱਕ ਉਹ 95 ਹੈਗੇ ਨੇ ਭਾਈ, ਉਹਨਾਂ ਨੇ ਤੇ ਕਿਤੋਂ ਨਾ ਕਿਤੋਂ ਜੁਗਾੜ ਕਰਨਾ, ਤੇ ਵੇਚਣ ਵਾਲੇ ਤੇ ਰਹਿਣਗੇ ਹੀ ਰਹਿਣਗੇ। ਜੀ ਕਿੰਨਾ ਜ਼ੋਰ ਲਾ ਲਿਆ ਮੈਂ ਤੁਹਾਨੂੰ, ਕਿੰਨਾ ਕਿਹਾ ਸੀ ਜ਼ੋਰ ਦੇ ਕੇ ਕਿ ਜੋ ਮਰਜ਼ੀ ਕਰ ਲਓ। ਆ ਬਲਡੋਜ਼ਰ ਹੁਣ ਕਿੱਥੇ ਉਹਨੂੰ ਜੰਗਾਲ ਲੱਗ ਗਿਆ ਹੋਣਾ, ਹੜ ਦੇ ਵਿੱਚ ਕਿਤੇ ਖਲੋਤੇ, ਯੁੱਧ ਜੀ ਨਸ਼ਿਆਂ ਵਿਰੁੱਧ। ਤੇ ਇਹਨਾਂ ਦੇ ਆਹ ਬੰਦੇ ਇਨਕਲਾਬ ਹੈ। ਵੀ ਮਤਲਬ ਕਿ ਤੁਸੀਂ ਭਲੇ ਹੋ ਮਾਨਸੋ, ਹੁਣ ਮੈਂ ਤੇ ਇਹ ਵੀ ਨਹੀਂ ਕਹਿ ਸਕਦਾ ਕਿ ਬਾਈ ਸਰਪੰਚ ਬੰਦਾ ਯਾਰ, ਚਲੋ ਠੀਕ ਆ। ਪਿੰਡਾਂ ਦੇ ਵਿੱਚ ਹੂੰ ਅੱਜ ਕੱਲ੍ਹ ਇੱਕ ਦੂਜੇ ਨੂੰ ਵੇਖ ਵੇਖ ਕੇ ਲੱਗਣ ਡਏ ਨੇ, ਕੋਈ ਗ੍ਰਾਮ ਵੇਚਦਾ, ਕੋਈ 2 ਗ੍ਰਾਮ ਵੇਚਦਾ, ਕੋਈ 100 ਗ੍ਰਾਮ ਵੇਚਦਾ। ਪਰ ਆ ਸਰਪੰਚ ਹੋ ਕੇ ਯਾਰ, ਉਹ ਵੀ ਤੂੰ ਸੱਤਾਧਾਰੀ ਧਿਰ ਦਾ, ਆਮ ਆਦਮੀ ਪਾਰਟੀ ਦਾ ਸਰਪੰਚ ਦੱਸਿਆ ਜਾਂਦਾ। ਇਹ ਪੀਟੀਸੀ ਦਾ ਦਾਵਾ ਹੈ, ਮੈਂ ਕੋਟ ਕਰ ਦੇਵਾਂ। ਉਹਨਾਂ ਨੇ ਜੀ ਕਾਫੀ ਜਲੂਸ ਕੱਢਿਆ ਹੋਇਆ ਪੋਸਟ ਬਣਾ ਕੇ, ਤੁਹਾਨੂੰ ਪਤਾ ਨਾ। ਉਹ ਤੁਹਾਡੇ ਵਰਗੇ ਮੁੰਡੇ ਜਿਹੜੇ ਉਹ ਇਸ਼ਤਿਹਾਰ ਜਿਹਾ ਬਣਾ ਦਿੰਦੇ ਆ, ਤੇ ਉਹ ਫਿਰ ਜੀ ਘੁੰਮ ਘੁਮਾ ਕੇ ਨਾਲ ਦੀ ਨਾਲ ਹੀ ਉਹ ਦੂਜੇ ਤੀਜੇ ਘੰਟੇ ਬਾਅਦ ਉਹ ਬਟਨ ਜਿਹਾ ਨੱਪ ਦਿੰਦੇ, ਉਹ ਫਿਰ ਆ ਜਾਂਦਾ ਪੋਸਟ। ਤੋ ਗੱਲ ਇਹ ਆ ਹੂੰ ਕਿ ਇਹ ਅਕਲ ਨੂੰ ਹੱਥ ਮਾਰਨ ਵਾਲੀ ਗੱਲ ਹੁੰਦੀ ਆ। ਪਰਮਾਤਮਾ ਨੇ ਜੇ ਤੁਹਾਨੂੰ ਚੌਧਰਾਂ ਬਖਸ਼ਤੀਆਂ, ਜੇ ਤੁਹਾਨੂੰ ਇੰਨੀਆਂ ਯਾਰ ਖੁਸ਼ੀਆਂ ਬਖਸ਼ਤੀਆਂ, ਤੁਸੀਂ ਸਰਪੰਚ ਬਣ ਗਏ ਜੇ ਜਾਂ ਸਾਰਾ ਕੁਛ, ਤੇ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਤੁਹਾਨੂੰ ਆਪ ਮਿਸਾਲ ਬਣਨੀ ਚਾਹੀਦੀ ਆ। ਪਰ ਇਹ ਹਰੇਕ ਰਾਜ ਦੇ ਵਿੱਚ ਇਸ ਤਰ੍ਹਾਂ ਹੋਇਆ। ਅਕਾਲੀਆਂ ਵੇਲੇ ਵੀ ਕੁਝ ਬੰਦਿਆਂ ਨੇ ਆਪਣੀ ਸਰਕਾਰ ਦੀ ਬਦਨਾਮੀ ਕਰਵਾਈ। ਜੀ ਕਾਂਗਰਸ ਵੇਲੇ ਵੀ, ਹਾਲਾਂਕਿ ਥੋੜੇ ਸੀ, ਕਾਂਗਰਸ ਵੇਲੇ ਵੀ ਜਿਵੇਂ ਕਰੋਨਾ ਕਾਲ ਦੇ ਵਿੱਚ ਇਹਨਾਂ ਦੇ ਬੰਦਿਆਂ ਨੇ ਸ਼ਰਾਬ ਵੇਚਣੀ ਸਟਾਰਟ ਕਰ ਦਿੱਤੀ, ਬੜੀ ਬਦਨਾਮੀ ਹੋਈ, ਤੁਹਾਨੂੰ ਯਾਦ ਹੋਣਾ। ਆਪ ਜੀ ਠੇਕੇ ਬੰਦ ਤੇ ਮਤਲਬ ਕਿ ਸਾਰਾ ਕੁਝ ਬੰਦ। ਤੇ ਫਿਰ ਆਪ ਐਥੋਂ ਉਹ ਜਿਹੜਾ ਸੀਗਾ, ਉਹ ਤੁਹਾਨੂੰ ਪਤਾ ਹੀ ਨਹੀਂ ਕੀ ਉਹ ਹੱਥ ਧੋਣ ਵਾਲਾ ਕੀ ਹੁੰਦਾ ਸੀ ਗੁਰਪ੍ਰੀਤ ਜੀ, ਕੀ ਉਹ ਜਿਹੜਾ ਯੂਜ਼ ਕਰਦੇ ਹੁੰਦੇ ਸੀ। ਆ ਸੈਨੀਟਾਈਜ਼ਰ ਸੈਨੀਟਾਈਜ਼ਰ, ਸੈਨੀਟਾਈਜ਼ਰ ਬਣਾਉਣ ਦੇ ਨਾਂ ਤੇ ਕੋਈ ਡਿਸਟਿਲਰੀਆਂ ਖੋਲ ਕੇ ਤੇ ਧੱਕੀ ਤੁਰੇ ਆਏ, ਸ਼ਰਾਬ ਧੱਕੀ ਤੁਰੇ ਆਏ। ਤੇ ਗੱਲ ਇਹ ਆ ਕਿ ਜੀ ਸਕੂਲ ਬੰਦ ਸੀ ਤੇ ਮੁੜ ਕੇ ਠੇਕੇ ਖੋਲ ਦਿੱਤੇ ਗਏ, ਤੇ ਵਿਦਿਆਰਥੀ ਠੇਕਿਆਂ ਦੇ ਅੱਗੇ ਧਰਨਾ ਦਿੰਦੇ ਸਨ ਕਿ ਕੀ ਗੱਲ ਆ, ਇੱਥੇ ਕਰੋਨਾ ਪ੍ਰੂਫ ਕੰਮ ਚੱਲਦਾ। ਹੱਦ ਆ ਜੀ ਤੁਹਾਡੇ ਵਾਲੀ। ਉਹ ਗੱਲ ਇਹ ਆ ਕਿ ਇਹ ਅੱਗੇ ਵੀ ਬਦਨਾਮੀਆਂ ਹੋਈਆਂ ਸਰਕਾਰਾਂ ਦੀਆਂ, ਤੇ ਜੇ ਇਹ ਕੰਮ ਚੱਲ ਪਿਆ ਨਾ ਹੁਣ, ਇਹ ਰੁਕਣਾ ਨਹੀਂ। ਜੇ ਤੁਹਾਨੂੰ ਮੈਂ ਦੱਸਾਂ, ਇਹ ਸਰਕਾਰ ਦੇ ਪਤਨ ਦੀਆਂ ਨਿਸ਼ਾਨੀਆਂ ਹੁੰਦੀਆਂ, ਇਹਨਾਂ ਦੇ ਆਪਣੇ ਬੰਦੇ ਫਿਰ ਕੜੀ ਘੋਲਣ ਲੱਗ ਜਾਂਦੇ। ਜੀ ਅੱਗੇ ਜੇਕਰ ਆਪਾਂ ਗੱਲ ਕਰੀਏ, ਉਧਰ ਨੇਪਾਲ ਦੇ ਵਿੱਚ ਜਿਹੜੀ ਹਿੰਸਾ ਚੱਲ ਰਹੀ ਹੈ, ਸਭ ਦੇ ਵਿਚਾਲੇ ਉਹ ਖਬਰ ਆਈ ਹੈ ਕਿ ਉੱਥੇ ਵੱਡੀ ਗਿਣਤੀ ਪੰਜਾਬੀ ਵੀ ਫਸੇ ਹੋਏ ਸੀ, ਜਿਹੜੇ ਸ਼ਾਇਦ ਤੀਰਥ ਦੀ ਜਾਂ ਤੀਰਥ ਯਾਤਰਾ ਤੇ ਉੱਥੇ ਗਏ ਹੋਏ ਸੀ। ਉਹਨਾਂ ਨੂੰ ਕੱਢ ਲਿਆ ਗਿਆ ਸੁਰੱਖਿਅਤ। ਹਾਂਜੀ ਦੇਖੋ, 92 ਜਣਿਆਂ ਨੂੰ ਹੁਣੇ ਖਬਰ ਬ੍ਰੇਕ ਹੋਈ ਹੈ, दैनिक भास्कर वाले ने की है शायद, कि नेपाल में फंसे पंजाब के 92 लोग वापस लौटे। ठीक है ना जी। ਤਾਂ ਇਹ ਜਿਹੜੀ ਹਿੰਸਾ ਚੱਲ ਰਹੀ ਸੀਗੀ, ਉਹਦੇ ਵਿੱਚ ਫਸਿਆਂ ਨੂੰ ਇਹ ਜਿਹੜੇ ਗਏ ਸੀ ਅੰਮ੍ਰਿਤਸਰ ਤੋਂ ਜਨਕਪੁਰ ਧਾਮ, ਤਾਂ ਇਹਨਾਂ ਨੂੰ ਬਚਾ ਲਿਆ ਗਿਆ। ਤੇ ਮੈਂ ਇੱਕ ਆਪਣੇ MP ਮਿੱਤਰ ਹੀ ਆ, ਚਲੋ ਉਹਨਾਂ ਨੂੰ ਵੀ ਗੁਜ਼ਾਰਿਸ਼ ਕੀਤੀ ਸੀ, ਮੈਂ ਕਿਹਾ ਜੀ ਵੇਖੋ, ਕਿਉਂਕਿ ਆਪਣੇ ਬਹੁਤ ਸਾਰੇ ਇੰਡੀਅਨ, ਬਹੁਤ ਸਾਰੇ ਪੰਜਾਬੀ ਨੇਪਾਲ ਜਾਂਦੇ ਰਹਿੰਦੇ ਆ, ਤੇ ਇਸ ਕਰਕੇ ਕੋਈ ਨੁਕਸਾਨ ਨਾ ਹੋਵੇ, ਤੇ ਉਹ ਵੀ ਲੱਗੇ ਹੋਏ ਆ। ਤਾਂ ਚੰਗੀ ਗੱਲ ਆ ਕਿ ਇਹ ਵਾਪਸੀ ਹੋਈ ਆ, ਬਹੁਤ ਵਧੀਆ ਗੱਲ ਆ। ਜਥਾ ਜਿਹੜਾ ਵਾਪਸ ਆਇਆ, ਰਾਤ ਦੇ ਹਨੇਰੇ ਦੇ ਵਿੱਚ ਇਹਨਾਂ ਨੂੰ ਸਫ਼ਰ ਕਰਨਾ ਪਿਆ। ਕੁਝ ਹੋਰ ਮੈਂ ਵੀਡੀਓ ਦੇਖ ਰਿਹਾ ਸੀ, ਸ਼ਾਇਦ ਗੁਰਪ੍ਰੀਤ ਜੀ, ਕੋਈ ਇੱਕ ਬੱਚੀ ਸੀ ਖੇਡਣ ਗਈ ਸੀ ਸ਼ਾਇਦ, ਉਹ ਵੀ ਕਹਿੰਦੀ ਸੀ ਬੜੇ ਖੌਫਨਾਕ ਮਾਹੌਲ ਦੇ ਵਿੱਚ ਮੈਂ, ਹਾਂ ਮੈਨੂੰ ਵੀ ਕੱਢੋ। ਤਾਂ ਰੈਸਕਿਊ ਆਪਰੇਸ਼ਨ ਚਲਾਉਣੇ ਚਾਹੀਦੇ ਆ, ਕਿਉਂਕਿ ਹਾਲੇ ਵੀ ਨੇਪਾਲ ਦੇ ਵਿੱਚ ਇੰਟਰਮ ਪ੍ਰਾਈਮ ਮਿਨਿਸਟਰ ਨੂੰ ਲੈ ਕੇ ਉੱਥੇ ਕੋਈ ਸਹਿਮਤੀ ਬਣਦੀ ਨਹੀਂ ਜਾਪਦੀ ਗੁਰਪ੍ਰੀਤ ਜੀ। ਤੇ ਹਿੰਸਾ ਇੰਨੀ ਆ ਕਿ ਇਹਨਾਂ ਨੇਪਾਲੀਆਂ ਨੇ ਆਪਣਾ ਬੇੜਾ ਗਰਕ ਆਪ ਹੀ ਕਰ ਲੈਣਾ। ਉੱਥੇ ਹਿਲਟਨ ਵਰਗਾ ਹੋਟਲ ਸਾੜ ਦਿੱਤਾ, ਤੁਸੀਂ ਹਿਸਾਬ ਲਾ ਲਓ ਇਹਨਾਂ ਨੇ। ਤੇ ਪੂੰਜੀ ਜੀ ਦੇ ਅੱਗੇ ਇਹਨਾਂ ਦੀ ਬੜੀ ਡਾਮਾਡੋਲ ਆ, ਮਤਲਬ ਕਿ ਇਹਨਾਂ ਨੇ ਬੇੜਾ ਗਰਕ ਕੀਤਾ ਆਪਦਾ ਬਹੁਤ। ਇੰਪੋਰਟ ਤੇ ਇਹ ਵੀ ਇੰਡੀਆ ਵਾਲੇ ਰਸਤੇ ਤੇ ਹੀ ਚੱਲੇ ਸਨ, ਕਿ ਜ਼ਿਆਦਾਤਰ ਇੰਪੋਰਟ ਤੇ ਨਿਰਭਰ ਹੋ ਗਿਆ। ਚਲੋ ਇੰਡੀਆ ਤੇ ਬਚ ਜਾਂਦਾ ਕਿਉਂਕਿ ਮੁਲਕ ਬੜਾ ਵੱਡਾ ਹੈ, ਇਹ ਮੁਲਕ ਜੀ ਬੜਾ ਛੋਟਾ ਹੈ। ਇੰਪੋਰਟ ਸਾਰਾ ਕੁਝ ਕਰਦੇ ਸਨ, ਹੌਲੀ ਹੌਲੀ ਡਾਲਰ ਕਮਜ਼ੋਰ ਕਰ ਗਿਆ ਇਹਨਾਂ ਦੇ ਕਰੰਸੀ ਨੂੰ, ਤੇ ਆ ਵੇਖ ਲਓ ਬੇੜਾ ਬਹਿ ਗਿਆ। ਆਹੀ ਗੱਲਾਂ ਅਸੀਂ ਪੰਜਾਬੀਆਂ ਨੂੰ ਕਹਿੰਦੇ ਆ, ਇੰਡੀਅਨਸ ਨੂੰ ਕਹਿੰਦੇ ਆ ਕਿ ਬਾਜੋ ਜਿੰਨਾ ਬਚਿਆ ਜਾਂਦਾ ਜੇ, ਮੁੜ ਕੇ ਕਹੋਗੇ ਸੇਵਕਾ ਚੱਲ ਨਿਕਲੀਏ ਕਿਸੇ ਪਾਸੇ ਤੇ ਕੰਮ ਖਤਰੇ ਵਾਲਾ ਹੀ। ਇਹ ਸਾਰੇ ਸੰਕੇਤ ਹੁੰਦੇ ਆ ਸਰ। ਅੱਜ ਜੀ ਇੰਡੀਆ ਦੇ ਰੁਪਈਏ ਦਾ ਹਾਲ ਤੇ ਵੇਖੋ, FDI ਕਿੱਦਾਂ ਨਿਕਲ ਰਹੀ ਹੈ ਜੀ। ਤੋ ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਤੋਂ ਸਿੱਖਣ ਦੀ ਲੋੜ ਆ।
ਸਮਝਣ ਦੀ ਲੋੜ ਆ। ਤਾਂ ਬਹਰਹਾਲ ਚੰਗੀ ਗੱਲ ਹੈ, ਪਰ ਉੱਥੇ ਹਿੰਸਾ ਹਾਲੇ ਵੀ ਚੱਲਦੀ ਪਈ ਆ। ਇਹ ਹਿੰਸਾ ਜਿਹੜੀ ਆ ਇਹਦੇ ਕਈ ਕਾਰਨ ਆ। ਕੋਈ ਕੋਈ ਕਹਿੰਦਾ ਜੀ ਇਦਾਂ ਹੋਇਆ, ਕੋਈ ਕਹਿੰਦਾ ਇਦਾਂ। ਮੈਂ ਸਾਰਿਆਂ ਦੀਆਂ ਗੱਲਾਂ ਦਾ ਸਵਾਗਤ ਕਰਦਾ, ਪਰ ਇਹ ਜੀ ਬਹੁਤ ਮਤਲਬ ਕਿ ਚਿਰਾਂ ਦੀ ਅੱਗ ਸੀਗੀ ਜਿਹੜੀ ਭੜਕੀ ਆ, ਜਿਹੜੀ ਪਹਿਲਾਂ ਕੱਖਾਂ ਥੱਲੇ ਹੀ ਵਗਦੀ ਰਹੀ ਆ। ਕਈ ਕਾਰਨ ਆ, ਬੇਰੁਜ਼ਗਾਰੀ, ਗਰੀਬੀ, ਭਾਈ ਭਤੀਜਾਵਾਦ, ਓਲੀ ਦਾ ਸੋਸ਼ਲ ਮੀਡੀਆ ਨੂੰ ਕੰਟਰੋਲ ਕਰਨਾ। ਪਰ ਇੱਕ ਗੱਲ ਕਾਮਨ ਆ, ਬੰਗਲਾਦੇਸ਼ ਲੈ ਲਓ, ਚਾਹੇ ਲੰਕਾ ਲੈ ਲਓ, ਚਾਹੇ ਉਹ ਨੇਪਾਲ ਲੈ ਲਓ, ਤੇ ਚਾਹੇ ਮਿਆਂਮਾਰ, ਜੀ ਇਹਨਾਂ ਦੇ ਸਾਰਿਆਂ ਦੇ ਵਿੱਚ ਇੱਕ ਕਾਮਨ ਗੱਲ ਮੈਂ ਤੁਹਾਨੂੰ ਦੱਸ ਦਿੰਦਾ, ਜਿਹੜੀ ਫੈਕਚੁਅਲ ਸਹੀ ਹੋਏਗੀ, ਕਿ ਲੋਕਤੰਤਰ ਜਿੱਥੇ ਵੀ ਕਮਜ਼ੋਰ ਹੁੰਦਾ ਤੁਰਿਆ ਗਿਆ, ਕਮਜ਼ੋਰ ਹੁੰਦਾ ਤੁਰਿਆ ਗਿਆ, ਜਿੱਥੇ ਪੂੰਜੀ ਕੁਛ ਚੰਦ ਘਰਾਣਿਆਂ ਦੇ ਹੱਥਾਂ ਵਿੱਚ ਸਿਮਟਦੀ ਗਈ, ਨਾ ਬਰੋਬਰਤਾ ਵਰਗੀਆਂ ਚੀਜ਼ਾਂ ਵੱਧਦੀਆਂ ਗਈਆਂ, ਤੇ ਉੱਥੇ ਜਿੰਨੇ ਮੈਂ ਮੁਲਕ ਤੁਹਾਨੂੰ ਗਿਣਾਏ ਆ, ਹਾਲ ਦੇਖ ਲਓ ਕੀ ਆ। ਇਹ ਜੀ ਇੰਡੀਆ ਵਾਸਤੇ ਵੀ ਅਲਾਰਮਿੰਗ ਹੈ। ਮੈਂ ਇਹ ਤੇ ਨਹੀਂ ਕਹੂੰਗਾ, ਇੰਡੀਆ ਇੱਕ ਵੱਖਰਾ ਖਾਸਾ ਰੱਖਣ ਵਾਲਾ ਮੁਲਕ ਆ, ਪਰ ਅਸੰਭਵ ਕੁਝ ਨਹੀਂ ਹੁੰਦਾ। ਸੋ ਇਸ ਵਾਸਤੇ ਜੀ ਇੰਡੀਆ ਦਾ ਜਿਹੜਾ ਮਤਲਬ ਕਿ ਢਾਂਚਾ ਹੈ, ਰਜ਼ੀਮ ਹੈ, ਜਿਹੜੀ ਉਹਨੂੰ ਸੋਚਣਾ ਜ਼ਰੂਰ ਚਾਹੀਦਾ। ਜੀ ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।